ਦੋਸਤੋ ਪੁਰਾਣੇ ਵਕਤਾਂ ਦੀ ਗੱਲ ਹੈ। ਇੱਕ ਸਮੁੰਦਰੀ ਜਹਾਜ਼ ਸੀ, ਸਫ਼ਰ ਤੇ ਜਾ ਰਿਹਾ ਸੀ ਤੇ ਉਸ ਤੇ ਸਮਾਨ ਵੀ ਕਾਫੀ ਆਇਆ, ਤਾਜਰ ਵੀ ਸਨ। ਰਸਤੇ ਦੇ ਵਿੱਚ ਤੂਫਾਨ ਆ ਜਾਂਦਾ ਹੈ। ਉਸ ਤੂਫਾਨ ਦੀ ਵਜ੍ਹਾ ਤੋਂ ਜਿਤਨੇ ਵੀ ਤਾਜਰ ਨੇ ਨਾ, ਉਹਨਾਂ ਨੂੰ ਇਕੱਠਿਆ ਕਰਕੇ ਜਿਹੜਾ ਜਹਾਜ਼ ਦਾ ਕਪਤਾਨ ਹੈ ਉਹ ਮਸ਼ਵਰਾ ਇਹ ਦਿੰਦਾ ਹੈ ਕਿ ਜਹਾਜ਼ ਦਾ ਜਿਹੜਾ ਵਜ਼ਨ ਹੈ ਨਾ ਉਸ ਨੂੰ ਕਮ ਕੀਤਾ ਜਾਵੇ, ਲੋਡ ਜਿਹੜਾ ਥੋੜਾ ਕਮ ਕੀਤਾ ਜਾਵੇ ਤਾਂ ਕਿ ਜਹਾਜ਼ ਥੋੜਾ ਜਿਹਾ ਵਜ਼ਨ ਚ ਕਮ ਹੋਵੇਗਾ, ਤੂਫਾਨ ਤੋਂ ਬਚ ਜਾਵਾਂਗੇ। ਉਹਨਾਂ ਫਿਰ ਤਾਜਰਾਂ ਇਹ ਆਪਸ ਵਿੱਚ ਸਲਾਹ ਮਸ਼ਵਰਾ ਕੀਤਾ ਕਿ ਕਿਸੇ ਵੀ ਇੱਕ ਤਾਜਰ ਦਾ ਸਮਾਨ ਜਿਹੜਾ ਨਾ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਜਾਵੇ। ਉਹਨਾਂ ਤਾਜਰਾਂ ਦੇ ਵਿੱਚ ਇੱਕ ਨਵਾਂ ਤਾਜਰ ਵਿਚਾਰਾ ਸੀ। ਉਹਨਾਂ ਮਸ਼ਵਰਾ ਇਹ ਕੀਤਾ ਕਿ ਇਸ ਜਿਹੜਾ ਤਾਜਰ ਹੈ ਨਾ ਇਸ ਦਾ ਸਮਾਨ ਸੁੱਟ ਦਿੱਤਾ ਜਾਵੇ। ਉਹ ਜਿਸ ਟਾਈਮ ਉਸ ਤਾਜਰ ਨੂੰ ਪਤਾ ਚੱਲਿਆ ਨਾ, ਉਸ ਤਾਜਰ ਸਾਰਿਆਂ ਨਾਲ ਇਖਤਲਾਫ ਕੀਤਾ। ਉਸ ਉਹਨਾਂ ਨੂੰ ਕਿਹਾ ਕਿ ਗੱਲ ਇਹ ਹੈ, ਤੁਸੀਂ ਇਸ ਤਰ੍ਹਾਂ ਕਰੋ, ਸਾਰਿਆਂ ਦਾ ਸਮਾਨ ਜਿਹੜਾ ਨਾ ਥੋੜਾ ਥੋੜਾ ਸੁੱਟ ਦਿਓ, ਸਾਰੇ ਥੋੜਾ ਥੋੜਾ ਆਪਣਾ ਆਪਣਾ ਲਾਸ ਕਰੋ, ਨੁਕਸਾਨ ਕਰੋ। ਉਹ ਜਿਹੜੇ ਬਾਕੀ ਤਾਜਰ ਸਨ ਉਹਨਾਂ ਆਪਣਾ ਨੁਕਸਾਨ ਜਿਹੜਾ ਸੀ ਉਹ ਅੱਛਾ ਨਾ ਸਮਝਿਆ। ਉਹਨਾਂ ਇਸ ਤਰ੍ਹਾਂ ਕੀਤਾ, ਉਸ ਤਾਜਰ ਨੂੰ ਵੀ ਤੇ ਉਹਦੇ ਸਮਾਨ ਨੂੰ ਸਮੁੰਦਰ 'ਚ ਸੁੱਟ ਦਿੱਤਾ। ਉਹ ਜਹਾਜ਼ ਅੱਗੇ ਚਲਾ ਗਿਆ ਤੇ ਜਿਹੜਾ ਤਾਜਰ ਸੀ ਵਿਚਾਰਾ ਨਵਾਂ ਤਾਜਰ, ਉਸ ਕਾਫੀ ਦੇਰ ਉਸ ਸਮੁੰਦਰ ਦੀਆਂ ਲਹਿਰਾਂ ਦਾ ਮੁਕਾਬਲਾ ਕੀਤਾ। ਆਖਰ ਸਮੁੰਦਰ ਸੀ ਔਰ ਉਹ ਥੱਕ ਗਿਆ, ਬੇਹੋਸ਼ ਹੋ ਗਿਆ। ਬੇਹੋਸ਼ ਹੋਣ ਤੋਂ ਬਾਅਦ ਉਹ ਦੇਖਦਾ ਕੀ ਹੈ, ਜਿਸ ਟਾਈਮ ਉਹਨੂੰ ਅੱਖ ਖੁੱਲਦੀ ਹੈ ਦੇਖਦਾ ਹੈ ਕਿ ਮੈਂ ਕਿਨਾਰੇ ਤੇ ਹਾਂ। ਉਹ ਸਮੁੰਦਰ ਦੀਆਂ ਲਹਿਰਾਂ ਨਾਲ, ਕੁਦਰਤ ਵੱਲੋਂ ਸਮੁੰਦਰ ਦੀਆਂ ਲਹਿਰਾਂ ਉਸ ਨੂੰ ਕਿਨਾਰੇ ਨਾਲ ਲਾ ਦਿੰਦੀਆਂ ਨੇ। ਉਹ ਜਿਸ ਟਾਈਮ ਜਾਗਦਾ ਹੈ ਨਾ, ਵੇਖਦਾ ਹੈ ਜੰਗਲ ਬਿਆਬਾਨ ਹੁੰਦਾ ਹੈ। ਉਹ ਬੜਾ ਵਿਚਾਰਾ ਪਰੇਸ਼ਾਨ ਹੁੰਦਾ ਹੈ, ਲੇਕਿਨ ਉਹ ਕਹਿੰਦਾ ਇਸ ਚੀਜ਼ ਦਾ ਹੱਲ ਵੀ ਹੋਰ ਕੋਈ ਨਹੀਂ। ਸਭ ਤੋਂ ਪਹਿਲਾਂ ਉਹ ਬਣਾਉਂਦਾ ਝੌਂਪੜੀ ਇੱਕ ਆਪਣੀ ਰਹਿਣ ਵਾਸਤੇ। ਝੌਂਪੜੀ ਬਣਾਉਂਦਾ। ਝੌਂਪੜੀ ਬਣਾਉਣ ਤੋਂ ਬਾਅਦ ਉਹ ਸੋਚਦਾ ਹੈ ਕਿ ਯਾਰ ਮੈਂ ਖਾਵਾਂ ਪੀਵਾਂ ਕੀ। ਉਹ ਖਾਣ ਪੀਣ ਵਾਸਤੇ ਪੱਤਰ ਛੱਤਰ ਇਕੱਠੇ ਕਰਕੇ ਪੱਤਰਾਂ ਨੂੰ, ਮਤਲਬ ਹੈ ਕਿ ਉਹ ਪੱਤਰਾਂ ਨਾਲ ਗੁਜ਼ਾਰਾ ਕਰਦਾ, ਖਾ ਪੀ ਪੱਤਰਾਂ ਨੂੰ। ਤੇ ਕੁਝ ਅਰਸੇ ਬਾਅਦ ਨਾ, ਕੁਝ 2 ਦਿਨ ਗੁਜ਼ਰਦੇ ਨੇ, 4 ਦਿਨ, ਮਹੀਨਾ ਟਾਈਮ ਕੁਝ ਗੁਜ਼ਰਦਾ ਹੈ ਨਾ, ਉਸ ਦੀ ਜਿਹੜੀ ਝੌਂਪੜੀ ਹੈ ਨਾ ਕੁਦਰਤੀ ਤੌਰ ਤੇ ਉਸ ਨੂੰ ਅੱਗ ਲੱਗ ਜਾਂਦੀ ਹੈ। ਜਿਸ ਟਾਈਮ ਉਹਨੂੰ ਅੱਗ ਲੱਗਦੀ ਹੈ ਉਹ ਵਿਚਾਰਾ ਜਿਹੜਾ ਸਿਰ ਤੇ ਬਾਹਰ ਰੱਖ ਲੈਂਦਾ ਹੈ ਤੇ ਬੜਾ ਉੱਚਾ ਉੱਚਾ ਰੋਂਦਾ ਹੈ ਤੇ ਅੱਲਾਹ ਪਾਕ ਅੱਗੇ ਗਿਲੇ ਸ਼ਿਕਵੇ ਕਰਦਾ ਹੈ। ਅੱਲਾਹ ਪਾਕ ਨੂੰ ਕਹਿੰਦਾ ਹੈ ਕਿ ਯਾ ਅੱਲਾਹ, ਹਰ ਕੋਈ ਜ਼ੁਲਮ ਔਰ ਜਾਤੀ ਮੇਰੇ ਵਾਸਤੇ ਹੈ। ਮੈਂ ਨਵਾਂ ਤਾਜਰ ਬਣਿਆ ਸੀ। ਉਹਨਾਂ ਜਿਹੜੇ ਪੁਰਾਣੇ ਤਾਜਰ ਸਨ, ਜਿਹੜੇ ਅਮੀਰ ਤਾਜਰ ਸਨ, ਉਹਨਾਂ ਪਹਿਲਾਂ ਮੇਰਾ ਸਮਾਨ ਸੁੱਟ ਦਿੱਤਾ ਹੈ, ਹਟ ਕੇ ਉਹਨਾਂ ਸਮੁੰਦਰ ਵਿੱਚ ਮੈਨੂੰ ਵੀ ਸੁੱਟ ਦਿੱਤਾ ਹੈ। ਤੇ ਬਾਅਦ ਵਿੱਚ ਅਗਰ ਜੇ ਮੈਂ ਕਿਨਾਰੇ ਤੇ ਲੱਗਾ ਹੀ ਹਾਂ ਤੇ ਉਹ ਜੰਗਲ ਵਿੱਚ, ਤੇ ਅਗਰ ਜੰਗਲ ਦੇ ਵਿੱਚ ਮੈਂ ਆਪਣਾ ਕੋਈ ਘਰ, ਆਪਣਾ ਸਿਰ ਲੁਕਾਉਣ ਵਾਸਤੇ ਝੌਂਪੜੀ ਬਣਾਈ ਹੈ ਤੇ ਯਾ ਅੱਲਾਹ ਉਹ ਵੀ ਸੜ ਗਈ ਹੋ। ਉਹ ਰੋਂਦਾ ਰੋਂਦਾ ਵਿਚਾਰਾ ਨਾ ਸਹਿ ਜਾਂਦਾ ਹੈ, ਉਹਦੀ ਅੱਖ ਲੱਗ ਜਾਂਦੀ ਹੈ। ਸੁਬਹ ਉੱਠਦਾ ਹੈ ਤਾਂ ਇੱਕ ਅਜੀਬ ਮਾਹੌਲ ਵੇਖਦਾ ਹੈ। 2 ਬੰਦੇ ਉਸ ਨਾਲ ਆ ਰਹੇ ਹੁੰਦੇ ਨੇ। ਉਹ ਹੱਸਦਾ ਵੀ ਹੈ ਤੇ ਰੋਂਦਾ ਵੀ ਹੈ। ਉਹ ਹੱਸਦਾ ਇਸ ਵਾਸਤੇ ਕਿ ਯਾਰ ਜਿਹੜਾ ਨਾ ਬੰਦੇ ਮੈਂ ਵੇਖ ਲਏ ਨੇ, ਮੇਰੀ ਕੋਈ ਹੈਲਪ ਵਾਸਤੇ ਆਏ ਨੇ। ਉਹ ਰੋਂਦਾ ਇਸ ਵਾਸਤੇ ਕਿ ਯਾਰ ਪਤਾ ਨਹੀਂ ਨਾ ਬੰਦਿਆਂ ਮੇਰੇ ਨਾਲ ਕੀ ਕਰਨਾ ਹੈ, ਕੀ ਕਰਸਨ, ਕੀ ਤਾਵਨ ਕਰਸਨ, ਮਦਦ ਕਰਦੇ ਨੇ ਜਾਂ ਮਾਰਦੇ ਨੇ ਮੈਨੂੰ ਜਾਂ ਲੁੱਟਣ ਆਏ ਨੇ। ਉਹ ਸਹਿਮ ਜਾਂਦਾ ਹੈ। ਉਹ ਜਿਹੜੇ ਬੰਦੇ ਨੇ ਨਾ, ਉਹ ਜਿਸ ਟਾਈਮ ਉਸ ਬੰਦੇ ਨੂੰ ਵੇਖਦੇ ਨੇ ਕਿ ਬੰਦਾ ਡਰ ਗਿਆ, ਸਹਿਮ ਗਿਆ, ਉਸ ਬੰਦੇ ਨੂੰ ਕਹਿੰਦੇ ਨੇ ਕਿ ਤੂੰ ਭਈਆ ਡਰ ਨਾ, ਸਹਿਮ ਨਾ, ਅਸੀਂ ਤੈਨੂੰ ਲੈਣ ਆਇਆ, ਅਸੀਂ ਤੇਰੀ ਹੈਲਪ ਕਰਨ ਆਇਆ। ਅਸਾਂ ਦੇਖਿਆ ਕਿ ਨਾ ਜਿਹੜਾ ਹਵਾ ਦੇ ਵਿੱਚ ਨਾ ਧੂੰਆਂ ਹੈ ਤੇ ਅਸੀਂ ਉਹਨੂੰ ਵੇਖ ਕੇ ਆਏ। ਅਸੀਂ ਕੋਲ ਜਾ ਰਹੇ ਸਨ, ਸਫ਼ਰ ਤੇ ਜਾ ਰਹੇ ਸਨ, ਸਾਡਾ ਜਹਾਜ਼ ਜਾ ਰਿਹਾ ਸੀ ਤੇ ਜਹਾਜ਼ ਵਾਲੇ ਪਾਇਲਟ ਜਿਹੜੇ ਨਾ ਉਸ ਦੇਖ ਕੇ ਇਸ ਆਖਿਆ ਯਾਰ ਜੰਗਲ ਦੇ ਵਿੱਚ ਅੱਗ ਲੱਗੀ ਹੈ, ਪਤਾ ਕਰਕੇ ਆਓ ਕੋਈ ਇਨਸਾਨ ਹੈ ਜਾਂ ਕੌਣ ਹੈ, ਹੋ ਸਕਦਾ ਕਿਸੇ ਹੈਲਪ ਕਰਨ ਵਾਸਤੇ ਇਹ ਧੂੰਆਂ ਦਿਖਾਇਆ ਹੋਵੇ, ਅਸੀਂ ਇਸ ਵਾਸਤੇ ਆਏ ਹਾਂ। ਉਹ ਬੰਦਾ ਬੜਾ ਖੁਸ਼ ਹੁੰਦਾ ਹੈ। ਉਹ ਬੰਦਾ ਉੱਥੇ ਸਜਦਾ ਰੇਜ਼ ਹੋ ਜਾਂਦਾ ਹੈ ਤੇ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਦਾ ਹੈ ਕਿ ਯਾ ਅੱਲਾਹ ਤੇਰਾ ਲੱਖ ਲੱਖ ਕਰੋੜ ਕਰੋੜ ਵਾਲੀ ਸ਼ੁਕਰ ਹੈ। ਨਾਲੇ ਉਹ ਜਿਹੜੇ ਬੰਦੇ ਹੁੰਦੇ ਨਾ ਉਹ ਵੀ ਇਹ ਵੀ ਕਹਿੰਦੇ ਨੇ ਕਿ ਜਿਸ ਜਹਾਜ਼ ਦੇ ਵਿੱਚ ਤੂੰ ਆਏ ਨਾ, ਉਸ ਜਹਾਜ਼ ਨੂੰ ਡਾਕੂਆਂ ਲੁੱਟ ਲਿਆ, ਉਹਨਾਂ ਬੰਦਿਆਂ ਨੂੰ ਵੀ ਮਾਰ ਦਿੱਤਾ ਹੈ। तो बंदा सजदा रेज हो जाता है, अल्लाह पाक का लाख लाख करोड़ करोड़ शुक्र अदा करता है। दोस्तों गल करने का मकसद है कि हर काम में अल्लाह पाक की हिकमत होती है, लेकिन असी ना चीज़ इंसान इस तरह दे हाँ कि असी अल्लाह पाक की असी हर गल यही कहने कि साढ़े नाल जुल्म हो रहा, साढ़े नाल ज्यादती हो रही है, साढ़े मुकद्दर इस तरह दे ने नहीं। हर काम में अल्लाह पाक की हिकमत होती है। इंसान को वही कुछ मिलता है जितने जोगे इंसान कोशिश करे, ट्राई करे। अल्लाह पाक इंसान तो उतनी बाहर पाता है जितना इंसान उसनू बर्दाश्त कर लवे।
इंसान की बर्दाश्त तो अल्लाह पाक ज़्यादा इंसान ते मुसीबत नहीं भेजता। और जड़ियाँ मुसीबत दोस्तों आउंदियां ने वो मुसीबत कुछ साड़ियाँ अपनियां पैदा कीतियां भी होंदियां ने, जरूरी नहीं है कुदरत की तरफ ही आउन। कुदरत की तरफ हमेशा वास्ते इम्तिहान आते हैं और इम्तिहानों के विच सबर इंसान अगर करे तो बंदा कामयाब।